ਜਗਬਾਣੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ। ਫਾਜ਼ਿਲਕਾ ਦੇ ਸਰਹੱਦੀ ਖੇਤਰ ਤੇ ਪੈਂਦੇ ਪਿੰਡ ਰਾਣਾ ਦੀ ਅੱਜ ਪੂਨਮ ਰਾਣੀ ਸਾਡੇ ਨਾਲ ਮੌਜੂਦ ਹੈ, ਜਿਨ੍ਹਾਂ ਨੇ ਯੂਪੀਐਸਸੀ ਦਾ ਟੈਸਟ ਕਲੀਅਰ ਕਰਕੇ ਪੰਜਾਬ ਭਰ ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦਾ ਅਤੇ ਪੰਜਾਬ ਦਾ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਗੱਲਬਾਤ ਕਰਾਂਗੇ। ਪੂਨਮ ਕੰਬੋਜ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਜਗਬਾਣੀ ਪੰਜਾਬ ਕੇਸਰੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਰਹੱਦੀ ਖੇਤਰ ਤੇ ਹੋਣ ਕਰਕੇ ਵੀ ਤੁਸੀਂ ਇਹ ਜਿਹੜਾ ਆਪਣਾ ਬੜਾ ਵਧੀਆ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੈਸਟ ਕਲੀਅਰ ਕੀਤਾ। ਥੈਂਕ ਯੂ ਸੋ ਮਚ ਸਰ। ਜਿਨ੍ਹਾਂ ਦੀਆਂ ਵੀ ਵਿਸ਼ੇਸ ਆ ਰਹੀਆਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕਸ। ਕਿਵੇਂ ਲੱਗਿਆ ਜਦੋਂ ਰਿਜ਼ਲਟ ਆਇਆ ਸੀ ਇੱਕਦਮ? ਰਿਜ਼ਲਟ ਦੇਖਿਆ ਤੇ ਉਹਦੇ ਵਿੱਚ ਤੁਹਾਡਾ ਅੱਛਾ ਰੈਂਕ ਆਇਆ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ? ਹਾਂਜੀ ਸਰ, ਜਿਸ ਦਿਨ ਰਿਜ਼ਲਟ ਆਇਆ ਤਾਂ ਪਹਿਲੇ ਤੋਂ ਹੀ ਇਹ ਚੱਲ ਰਹੀ ਸੀ ਟੈਲੀਗ੍ਰਾਮ ਗਰੁੱਪਸ ਦੇ ਵਿੱਚ ਕਿ ਰਿਜ਼ਲਟ ਆਉਣ ਵਾਲਾ ਹੈ, ਤਾਂ ਬਹੁਤ ਡਰ ਲੱਗ ਰਿਹਾ ਸੀ, ਬਹੁਤ ਮਿਕਸ ਤਰ੍ਹਾਂ ਦੇ ਫੀਲਿੰਗਸ ਆ ਰਹੇ ਸੀ। ਤੇ ਫਾਈਨਲੀ ਜਦੋਂ ਰਿਜ਼ਲਟ ਆਇਆ ਤੇ ਪੀਡੀਐਫ ਡਾਊਨਲੋਡ ਕੀਤੀ ਔਰ ਉਸ ਦੇ ਵਿੱਚ ਆਪਣਾ ਨਾਮ ਦੇਖਿਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ, ਰਿਲੀਫ ਮਹਿਸੂਸ ਹੋਇਆ ਕਿ ਜੋ ਐਫਰਟਸ ਕਰ ਰਹੀ ਸੀ ਕੁਝ ਸਾਲਾਂ ਤੋਂ ਉਹਨਾਂ ਦਾ ਅੱਜ ਰਿਵਾਰਡ ਮਿਲਿਆ ਹੈ। ਕਿੰਨੇ ਟਾਈਮ ਤੋਂ ਇਹ ਤੁਸੀਂ ਤਿਆਰੀ ਕਰ ਰਹੇ ਸੀ? ਤੇ ਜਿਹੜੀ ਤੁਹਾਡੀ ਸਿੱਖਿਆ ਦੀ ਗੱਲ ਕਰੀਏ, ਸਿੱਖਿਆ ਕਿੱਥੋਂ ਦੀ ਏ ਸ਼ੁਰੂ ਤੋਂ ਲੈ ਕੇ ਅੰਤ ਤੱਕ, ਇਹ ਟਾਈਮ ਕਿੰਨਾ ਲੱਗਿਆ ਤਿਆਰੀ ਕਰਨ ਤੇ? ਸਰ ਮੇਰੀ ਸਕੂਲਿੰਗ ਜੋ ਹੈ ਉਹ 8th ਤੱਕ ਮੈਂ ਪਿੰਡ ਦੇ ਹੀ ਸਰਵਿਤਕਾਰੀ ਸਕੂਲ ਤੋਂ ਕੀਤੀ ਹੈ। ਉਸ ਤੋਂ ਬਾਅਦ 9th ਤੋਂ ਲੈ ਕੇ 12th ਤੱਕ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਤੋਂ ਪੜ੍ਹੀ ਹਾਂ ਅਤੇ ਗ੍ਰੈਜੂਏਸ਼ਨ ਮੈਂ ਫਾਜ਼ਿਲਕਾ ਦੇ ਐਮਆਰ ਗਵਰਨਮੈਂਟ ਕਾਲਜ ਤੋਂ ਕੀਤੀ ਹੈ। ਅਤੇ ਇਸ ਤਿਆਰੀ ਦੀ ਗੱਲ ਕਰੀਏ ਤਾਂ ਮੇਰਾ 5th ਅਟੈਂਪਟ ਸੀ ਅਤੇ ਇਸ ਤੋਂ ਪਹਿਲਾਂ 3rd ਅਟੈਂਪਟ ਦੇ ਵਿੱਚ ਮੈਂ ਇੰਟਰਵਿਊ ਤੱਕ ਪਹੁੰਚੀ ਸੀ, ਬਟ ਫਾਈਨਲ ਸਿਲੈਕਸ਼ਨ ਨਹੀਂ ਹੋਇਆ ਸੀ। ਤਾਂ ਇਹ 4 ਤੋਂ 5 ਸਾਲ ਦਾ ਇੱਕ ਐਕਸਪੀਰੀਅੰਸ ਰਿਹਾ ਹੈ ਇਸ ਐਗਜ਼ਾਮ ਦੇ ਵਿੱਚ। ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ? ਫਿਰ ਬਹੁਤ ज़्यादा खुशी हो रही है। एक सपना साकार होने की तरह है, बहुत ज़्यादा अच्छा लग रहा है। ਯੂਪੀਐਸਸੀ ਦਾ ਟੈਸਟ ਕਲੀਅਰ ਕੀਤਾ ਹੈ, ਇਸ ਦੇ ਵਿੱਚ ਕਿੰਨੇ ਪੜਾਅ ਸੀ ਤੇ ਜਿਹੜੇ ਕਿੰਨੇ ਪੜਾਅ ਸੀ ਤੇ ਪੜਾਅ ਦੇ ਵਿੱਚ ਕਿਹੜਾ ਕਿਹੜਾ ਲੈਵਲ ਦੇ ਵਿੱਚ ਕੀ ਕੀ ਕੁਛ ਹੈ? ਸਰ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਦੀਆਂ ਮੇਨ 3 ਸਟੇਜਸ ਹੁੰਦੀਆਂ ਨੇ। ਫਸਟ ਸਟੇਜ ਨੂੰ ਅਸੀਂ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਬੋਲਦੇ ਹਾਂ, ਜਿਸ ਦੇ ਵਿੱਚ 2 ਪੇਪਰ ਹੁੰਦੇ ਨੇ। ਜੋ ਪੇਪਰ 1 ਹੈ ਉਹ ਸਾਡੀ ਜਨਰਲ ਸਟੱਡੀਜ਼ ਨੂੰ ਟੈਸਟ ਕਰਦਾ ਹੈ ਅਤੇ ਜੋ ਪੇਪਰ 2 ਹੈ ਉਹ ਸੀਸੈਟ ਜੋ ਸਾਡੀ ਮੈਥਸ, ਕੁਆਂਟੀਟੇਟਿਵ ਰੀਜ਼ਨਿੰਗ ਵਗੈਰਾ ਇਹਨਾਂ ਸਭ ਆਸਪੈਕਟਸ ਨੂੰ ਟੈਸਟ ਕਰਦਾ ਹੈ। ਇਸ ਸਟੇਜ ਨੂੰ ਕਲੀਅਰ ਕਰਨ ਤੋਂ ਬਾਅਦ ਅਸੀਂ ਮੇਨਸ ਦੇ ਵਿੱਚ ਐਂਟਰ ਹੁੰਦੇ ਹਾਂ। ਮੇਨਸ ਕੰਪਲੀਟਲੀ ਇੱਕ ਸਬਜੈਕਟਿਵ ਸਟੇਜ ਹੈ ਜਿਸ ਦੇ ਵਿੱਚ ਸਾਡੇ 9 ਡਿਫਰੈਂਟ ਪੇਪਰਸ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਡਿਫਰੈਂਟ ਸਬਜੈਕਟਸ ਜੀਓਗ੍ਰਾਫੀ, ਹਿਸਟਰੀ, ਪੋਲਿਟੀ, ਇਕੋਨਮੀ ਅਤੇ 2 ਪੇਪਰ ਸਾਡੇ ਆਪਸ਼ਨਲ ਸਬਜੈਕਟ ਦੇ ਹੁੰਦੇ ਹਨ। ਇਹਨਾਂ ਸਭ ਨੂੰ ਕਲੀਅਰ ਕਰਨ ਤੋਂ ਬਾਅਦ ਸਾਨੂੰ ਇੰਟਰਵਿਊ ਕਾਲ ਹੁੰਦੀ ਹੈ ਅਤੇ ਇੰਟਰਵਿਊ ਦੇ ਵਿੱਚ ਅਪੀਅਰ ਹੋਣ ਤੋਂ ਬਾਅਦ ਜੋ ਹੈ ਫਾਈਨਲ ਮੈਰਿਟ ਲਿਸਟ ਤਿਆਰ ਹੁੰਦੀ ਹੈ ਅਤੇ ਫਾਈਨਲ ਜੋ ਹੈ ਸਿਲੈਕਟਿਡ ਕੈਂਡੀਡੇਟਸ ਜੋ ਹੁੰਦੇ ਹਨ ਉਹ ਆਉਂਦੇ ਹਨ। ਜਿਹੜੇ ਇਹ 3 ਲੈਵਲ ਸੀ, ਇਹ 3 ਲੈਵਲ ਕਿੱਥੇ ਕਿੱਥੇ ਜਾ ਕੇ ਤੁਹਾਡਾ ਟੈਸਟ ਹੋਇਆ? ਕਿਹੜੀ ਕਿਹੜੀ ਸਟੇਟ ਜਾਂ ਸ਼ਹਿਰ ਦੇ ਵਿੱਚ ਹੋਇਆ? ਸਰ ਜੋ ਫਸਟ 2 ਸਟੇਜਿਸ ਨੇ ਉਹ ਚੰਡੀਗੜ੍ਹ ਦੇ ਵਿੱਚ ਹੀ ਐਗਜ਼ਾਮ ਜੋ ਸੀ ਮੈਂ ਅਪੀਅਰ ਹੋਈ ਸੀ ਉੱਥੇ, ਅਤੇ ਜੋ ਇੰਟਰਵਿਊ ਹੈ ਯੂਪੀਐਸਸੀ ਦੇ ਉਹ ਮੇਨ ਜੋ ਯੂਪੀਐਸਸੀ ਭਵਨ ਹੈ ਦਿੱਲੀ ਦੇ ਵਿੱਚ ਉੱਥੇ ਹੀ ਇੰਟਰਵਿਊ ਕੰਡਕਟ ਹੁੰਦੀਆਂ ਹਨ। ਤਾਂ ਇੰਟਰਵਿਊ ਦੇ ਲਈ ਅਸੀਂ ਦਿੱਲੀ ਜੋ ਸੀ ਗਏ ਸੀ। ਹਾਂ, ਪੜ੍ਹਾਈ ਦੀ ਗੱਲ ਕਰੀਏ ਤੇ ਪੜ੍ਹਾਈ ਨੂੰ ਕਿੰਨਾ ਹਰ ਰੋਜ਼ 24 ਘੰਟਿਆਂ ਦੇ ਵਿੱਚੋਂ ਕਿੰਨਾ ਸਮਾਂ ਪੜ੍ਹਾਈ ਦੇ ਵਿੱਚ ਦਿੰਦੇ ਸੀ ਤੁਸੀਂ? ਸਰ ਮਿਨੀਮਮ ਕਹਿ ਸਕਦੇ ਹਾਂ ਕਿ 8 to 10 ਆਵਰਸ ਤਾਂ ਮਸਟ ਨੇ, ਕਿਉਂਕਿ ਐਗਜ਼ਾਮ ਬਹੁਤ ਡਾਇਨਾਮਿਕ ਹੈ, ਬਹੁਤ ਵੱਡਾ ਸਿਲੇਬਸ ਹੈ, ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਅਤੇ ਜੋ ਸਿਲੈਕਟਿਡ ਕੈਂਡੀਡੇਟਸ ਨੇ ਉਹ ਵੀ ਰੀਅਪੀਅਰ ਹੁੰਦੇ ਨੇ ਇਸ ਐਗਜ਼ਾਮ ਦੇ ਵਿੱਚ। ਤਾਂ ਸਾਨੂੰ ਉਸ ਕੰਪੀਟੀਸ਼ਨ ਦੇ ਵਿੱਚ ਖੜੇ ਰਹਿਣ ਦੇ ਲਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ। ਤਾਂ 8 to 10 ਆਵਰਸ ਤਾਂ ਮਿਨੀਮਮ ਹੁੰਦੇ ਸੀ। ਜਦੋਂ ਐਗਜ਼ਾਮ ਨੇੜੇ ਹੁੰਦੇ ਸੀ ਪ੍ਰੀ ਜਾਂ ਮੇਨਸ, ਉਸ ਟਾਈਮ ਇਹ ਜੋ ਹੈ 12 to 13 ਆਵਰਸ ਵੀ ਹੋ ਜਾਂਦਾ ਸੀ ਸਰ। ਯੂਪੀਐਸਸੀ ਦੀ ਗੱਲ ਕਰੀਏ, ਇਹਦੀ ਤਿਆਰੀ ਤੁਸੀਂ ਸਮਾਂ ਦੱਸਿਆ ਕਿਵੇਂ ਕਿਵੇਂ ਤਿਆਰੀ ਕੀਤੀ। ਸਰਹੱਦੀ ਖੇਤਰ ਹੈ, ਬੈਕਵਰਡ ਏਰੀਆ ਵੀ ਕਿਹਾ ਜਾਂਦਾ ਹੈ, ਇੰਨੀਆਂ ਸੁੱਖ ਸਹੂਲਤਾਂ ਸਾਨੂੰ ਨਹੀਂ ਮਿਲਦੀਆਂ ਇੱਥੇ। ਤਾਂ ਕਿਵੇਂ ਜਾਗ ਲੱਗੀ? ਕਿਸੇ ਨੇ ਪ੍ਰੇਰਿਤ ਕੀਤਾ ਸੀ ਵੀ ਯੂਪੀਐਸ ਦਾ ਟੈਸਟ ਕਲੀਅਰ ਕਰਨਾ ਹੈ, ਜਾਂ ਫਿਰ ਕਿਸੇ ਨੂੰ ਵੇਖਿਆ ਸੀ, ਜਾਂ ਕੋਈ ਤੁਹਾਡਾ ਕੋਈ ਉਦੇਸ਼ ਸੀ ਇੱਦਾਂ ਦਾ? ਸਰ ਪਹਿਲੇ ਮੈਂ ਸਪੋਰਟਸ ਦੇ ਵਿੱਚ ਸੀ, ਮੈਂ 12th ਤੱਕ ਸਪੋਰਟਸ ਦੇ ਵਿੱਚ ਹੀ ਰਹੀ ਹਾਂ ਅਤੇ ਮੈਂ ਸਟੱਡੀਜ਼ ਦੇ ਵਿੱਚ ਵੀ ਅੱਛੀ ਸੀ। ਤਾਂ ਸਪੋਰਟਸ ਦੇ ਵੀ ਜਦੋਂ ਕੁਝ ਖਾਸ ਪ੍ਰੋਗਰੈਸ ਨਹੀਂ ਹੋ ਪਾ ਰਹੀ ਸੀ ਤਾਂ ਉਸ ਟਾਈਮ ਇਹ ਡਿਸੀਜਨ ਲਿਆ ਸੀ ਕਿ ਸਟਰੀਮ ਨੂੰ ਚੇਂਜ ਕੀਤਾ ਜਾਏ ਅਤੇ ਜੇ ਪੜ੍ਹਾਈ ਦੇ ਵਿੱਚ ਹੀ ਇਸ ਫੀਲਡ ਦੇ ਵਿੱਚ ਹੀ ਅੱਗੇ ਜਾਣਾ ਹੈ ਤਾਂ ਫਿਰ ਕਿਉਂ ਨਹੀਂ ਸਿਵਲ ਸਰਵਿਸਿਜ਼। ਤਾਂ ਮੇਰੇ ਫਾਦਰ ਸਾਹਿਬ ਜੋ ਸੀ ਉਹਨਾਂ ਨੇ ਹੀ ਮੈਨੂੰ ਬੇਸਿਕਲੀ ਗਾਈਡ ਕੀਤਾ ਕਿ ਇਸ ਤਰ੍ਹਾਂ ਦੇ ਇੱਕ ਐਗਜ਼ਾਮ ਹੁੰਦਾ ਹੈ। ਹਾਲਾਂਕਿ ਸਾਨੂੰ ਇਸ ਟਾਈਮ ਕੋਈ ਨੌਲੇਜ ਨਹੀਂ ਹੁੰਦੀ ਸੀ ਕਿ ਐਗਜ਼ਾਮ ਕਿਵੇਂ ਹੁੰਦਾ ਹੈ, ਕੀ ਸਬਜੈਕਟਸ ਹੁੰਦੇ ਨੇ ਇਹਦੇ ਵਿੱਚ। ਤਾਂ ਹੌਲੀ ਹੌਲੀ ਵਿਦ ਟਾਈਮ ਅਸੀਂ ਇੰਟਰਨੈਟ ਦੀ ਹੈਲਪ ਲੈ ਕੇ ਜੋ ਹੈ ਚੀਜ਼ਾਂ ਕਲੀਅਰ ਕੀਤੀਆਂ। ਸਾਡੇ ਤੋਂ ਗਲਤੀਆਂ ਵੀ ਹੋਈਆਂ, ਅਸੀਂ ਕਈ ਵਾਰ ਅਟੈਂਪਟ ਵੀ ਮਿਸ ਹੋਏ ਇਸ ਕਰਕੇ।
ਤੇ ਪਰ ਫਾਈਨਲੀ ਅਸੀਂ ਜੋ ਹੈ ਆਪਣੀ ਮਿਹਨਤ ਨੂੰ ਜਾਰੀ ਰੱਖਿਆ, ਐਫਰਟਸ ਜਾਰੀ ਰੱਖੇ ਅਤੇ ਜੋ ਹੈ ਲਿਸਟ ਵਿੱਚ ਨਾਮ ਇਸ ਹੈ। ਤਿਆਰੀ ਦੀ ਗੱਲ ਕਰੀਏ, ਤਿਆਰੀ ਤੁਸੀਂ ਕਿੱਥੇ ਕੀਤੀ? ਕਿਉਂਕਿ ਆਮ ਤੌਰ ਤਾਂ ਬੱਚੇ ਤਿਆਰੀ ਕਰਨ ਦੇ ਲਈ ਅਦਰ ਸਟੇਟ ਜਾਂਦੇ ਆ ਜਾਂ ਚੰਡੀਗੜ੍ਹ ਜਾਂਦੇ ਆ, ਤੁਸੀਂ ਇਸ ਦੀ ਤਿਆਰੀ ਕਿੱਥੇ ਕੀਤੀ? ਸਰ ਮੇਰੀ ਤਿਆਰੀ ਮੈਂ ਇੱਥੇ ਰਹਿ ਕੇ ਹੀ ਕੀਤੀ ਹੈ, ਮੇਨਲੀ ਵਾਈਲ ਰਿਸਾਈਡਿੰਗ ਇਨ ਦਿਸ ਵਿਲੇਜ ਓਨਲੀ, ਕਿਉਂਕਿ ਮੈਨੂੰ ਜੋ ਹੈ ਕਲੈਰਿਟੀ ਹੋ ਗਈ ਸੀ ਕਿ ਇਸ ਐਗਜ਼ਾਮ ਦੇ ਵਿੱਚ ਇਹ ਸਬਜੈਕਟਸ ਨੇ, ਇਹ ਪੜ੍ਹਨਾ ਹੈ ਅਤੇ ਟੈਸਟ ਲਿਖਣੇ ਨੇ। ਤਾਂ ਹੁਣ ਕਿਉਂਕਿ ਇੰਟਰਨੈਟ ਆਉਣ ਦੇ ਕਰਕੇ ਸਾਨੂੰ ਬਹੁਤ ਸਹੂਲੀਅਤ ਹੋ ਗਈ ਹੈ, ਤਾਂ ਮੈਂ ਸਾਰੇ ਮੌਕ ਟੈਸਟ ਜਾਂ ਜੋ ਵੀ ਹੋਰ ਮਟੀਰੀਅਲ ਸੀ ਉਹ ਮੈਂ ਔਨਲਾਈਨ ਹੀ ਪਰਚੇਜ਼ ਕਰ ਲੈਂਦੀ ਸੀ ਅਤੇ ਔਨਲਾਈਨ ਹੀ ਸਾਰੀ ਪ੍ਰੈਪਰੇਸ਼ਨ ਕੀਤੀ ਹੈ, ਟੈਸਟ ਵੀ ਔਨਲਾਈਨ ਹੀ ਲਿਖੇ ਨੇ। ਹਾਂ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਇੱਕ ਸਰਹੱਦੀ ਖੇਤਰ ਦੇ ਵਿੱਚ ਬੈਠੇ ਹਾਂ, ਇੱਥੇ ਫੈਸਿਲਿਟੀਜ਼ ਦੀ ਕਮੀ ਹੈ, ਸਾਨੂੰ ਗਾਈਡੈਂਸ ਦੀ ਕਮੀ ਹੈ। ਤਾਂ ਉਹ ਚੀਜ਼ਾਂ ਜਦੋਂ ਅਸੀਂ ਇੰਟਰਨੈਟ ਦੀ ਮਦਦ ਲੈ ਕੇ ਕਲੀਅਰ ਕਰ ਲੈਂਦੇ ਹਾਂ ਤਾਂ ਬਿਲਕੁਲ ਅਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਦੇ ਹਾਂ ਤਾਂ ਹੋ ਜਾਂਦਾ ਹੈ ਥੋੜਾ ਟਾਈਮ। ਰੈਂਕ ਦੀ ਗੱਲ ਕਰੀਏ ਤਾਂ ਯੂਪੀਐਸਸੀ ਦੇ ਵਿੱਚ ਕਿਹੜਾ ਰੈਂਕ ਆਇਆ ਤੁਹਾਡਾ, ਤੇ ਅੱਗੇ ਕੋਈ ਹੈ ਉਮੀਦ? ਹਾਂਜੀ ਸਰ, UPSC ਇਸ ਐਗਜ਼ਾਮ ਦੇ ਵਿੱਚ ਮੇਰਾ 778 ਰੈਂਕ ਆਇਆ ਹੈ ਅਤੇ ਇਸ ਰੈਂਕ ਦੇ ਅਕੋਰਡਿੰਗ ਜੋ ਹੈ ਵਿਦਿਨ 2-3 ਮੰਥ ਸਾਨੂੰ ਸਰਵਿਸ ਅਲੋਕੇਟ ਹੋਏਗੀ ਅਤੇ ਉਸ ਟਾਈਮ ਹੀ ਅਸੀਂ ਸ਼ੋਰਲੀ ਕਹਿ ਸਕਾਂਗੇ ਕਿ ਕਿਸ ਸਰਵਿਸ ਮਿਲੀ ਹੈ। ਬਟ ਇਸ ਰੈਂਕ ਦੇ ਅਕੋਰਡਿੰਗ ਸਕੋਪ ਇਹੀ ਲੱਗ ਰਿਹਾ ਹੈ ਕਿ ਇੰਡੀਅਨ ਰੈਵਨਿਊ ਸਰਵਿਸ ਜਾਂ ਇੰਡੀਅਨ ਆਡਿਟ ਐਂਡ ਅਕਾਊਂਟ ਸਰਵਿਸ ਜੋ ਹੈ ਮਿਲ ਸਕਦੀ ਹੈ। ਮਿਲ ਸਕਦਾ ਹੈ। ਹਾਂਜੀ ਸਰ। ਫੈਮਿਲੀ ਦੇ ਵਿੱਚ ਕੌਣ ਕੌਣ ਹੈ? ਸਰ ਫੈਮਿਲੀ ਦੇ ਵਿੱਚ ਮੇਰੇ ਫਾਦਰ, ਮਦਰ, ਮੇਰੇ ਵੱਡੇ ਸਿਸਟਰ ਅਤੇ ਇੱਕ ਛੋਟਾ ਬ੍ਰਦਰ ਹੈ ਸਰ। ਫੈਮਿਲੀ ਬੈਕਗ੍ਰਾਉਂਡ ਦੀ ਗੱਲ ਕਰੀਏ, ਕਿਉਂਕਿ ਸਰਹੱਦੀ ਖੇਤਰ ਆਪਾਂ ਬੈਠੇ ਆ, ਆਮ ਤੌਰ ਤੇ ਇੱਥੇ ਤਾਂ ਖੇਤੀਬਾੜੀ ਦੇ ਨਾਲ ਜਿਹੜੇ ਕਿੱਤੇ ਦੇ ਨਾਲ ਜ਼ਿਆਦਾ ਜੁੜੇ ਹੋਏ ਆ। ਜਿਹੜਾ ਤੁਹਾਡਾ ਪਰਿਵਾਰ ਹੈ ਆਮ ਤੌਰ ਤੇ ਇਹ ਕਿਹੜੇ ਕਿੱਤੇ ਦੇ ਪੇਸ਼ੇ ਵਜੋਂ ਕੀ ਕਰਦੇ? ਸਰ ਫੈਮਿਲੀ ਦੀ ਗੱਲ ਵਿੱਚ ਮੇਰੇ ਗ੍ਰੈਂਡਫਾਦਰ ਫਾਰਮਰ ਰਹੇ ਨੇ ਅਤੇ ਮੇਰੇ ਫਾਦਰ ਅਤੇ ਜੋ ਮੇਰੇ ਚਾਚਾ ਜੀ ਨੇ ਉਹ ਗਵਰਨਮੈਂਟ EMPLOYE ਰਹੇ ਨੇ, ਅਤੇ ਆਈ ਥਿੰਕ ਉਸਦੇ ਕਰਕੇ ਹੀ ਇਹ ਪੋਸੀਬਲ ਹੋ ਸਕਿਆ ਕਿ ਉਹਨਾਂ ਨੇ ਸਾਨੂੰ ਟਾਈਮਲੀ ਗਾਈਡੈਂਸ ਦਿੱਤੀ ਅਤੇ ਅਸੀਂ ਇਹ ਡਿਸੀਜਨ ਲਿਆ ਔਰ ਫਾਈਨਲੀ ਇਸ ਡਿਸੀਜਨ ਦੇ ਉੱਪਰ ਚੱਲਦੇ ਹੋਏ ਇਹ ਸਿਲੈਕਸ਼ਨ ਹੋਈ ਸੀ। ਫਾਜ਼ਿਲਕਾ ਦੀ ਗੱਲ ਕਰੀਏ, ਬੈਕਵਰਡ ਬਹੁਤ ਏਰੀਆ, ਇੱਥੋਂ ਦੇ ਬੱਚੇ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਬਹੁਤ ਟੋਪਰ ਬੱਚੇ ਨੇ ਜਿਹੜੇ +2 ਦੇ ਵਿੱਚ ਜਾਂ ਹੋਰ ਬੜੀਆਂ ਵੱਡੀਆਂ ਮੱਲਾਂ ਮਾਰਦੇ ਨੇ, ਪਰ ਉਹਨਾਂ ਨੂੰ UPSA ਦੇ ਲਈ, IAS ਬਣਨ ਦੇ ਲਈ, IPS ਬਣਨ ਦੇ ਲਈ ਕੋਈ ਵੀ ਗਾਈਡ ਨਹੀਂ ਕਰਦਾ ਕਿ ਤੁਸੀਂ ਹੁਣ ਇਸ ਮੁਕਾਮ ਤੇ ਪਹੁੰਚੋ। ਕਿ ਕਦੇ ਸੋਚਿਆ ਕਿ ਹੁਣ ਜਿਹੜੇ ਬੱਚੇ ਇਦਾਂ ਦੀ ਵੱਡੀ ਤਿਆਰੀ ਕਰਨਾ ਚਾਹੁੰਦੇ ਨੇ ਕਿ ਉਹਨਾਂ ਨੂੰ ਤੁਸੀਂ ਗਾਈਡ ਕਰੋਗੇ? ਹਾਂਜੀ ਸਰ, ਡੈਫੀਨੇਟਲੀ ਮੈਂ ਇਹੀ ਟਰਾਈ ਕਰਾਂਗੀ ਕਿ ਕਿਸੇ ਵੀ ਮੀਡੀਅਮ ਦੇ ਥਰੂ, ਚਾਹੇ ਉਹ ਇੰਟਰਨੈਟ ਹੋਏ ਜਾਂ ਪਰਸਨਲੀ ਕਿਸੇ ਟੀਚਰ ਦੇ ਸਹਿਯੋਗ ਦੇ ਥਰੂ, ਮੈਂ ਬੱਚਿਆਂ ਨਾਲ ਡੈਫੀਨੇਟਲੀ ਇੰਟਰੈਕਟ ਕਰ ਸਕਾਂ ਅਤੇ ਉਹਨਾਂ ਨੂੰ ਉਹਨਾਂ ਤੱਕ ਇਹ ਚੀਜ਼ ਪਹੁੰਚਾਈ ਜਾ ਸਕੇ ਕਿ ਇਸ ਐਗਜ਼ਾਮ ਨੂੰ ਅਗਰ ਅਸੀਂ ਸਮਝ ਲੈਂਦੇ ਹਾਂ ਤਾਂ ਇਹ ਕੋਈ ਐਡਾ ਵੀ ਮੁਸ਼ਕਿਲ ਐਗਜ਼ਾਮ ਨਹੀਂ ਹੈ। ਡੈਫੀਨੇਟਲੀ ਡਿਫਿਕਲਟ ਐਗਜ਼ਾਮ ਹੈ, ਬਟ ਇਸ ਨੂੰ ਅਸੀਂ ਸਮਝਦੇ ਹਾਂ, ਅਗਰ ਇਸ ਦੀ ਸਟ੍ਰੈਟਜੀ ਨੂੰ ਸਮਝ ਲੈਂਦੇ ਹਾਂ ਤਾਂ ਇਸ ਨੂੰ ਬਿਲਕੁਲ ਕਰੈਕ ਕੀਤਾ ਜਾ ਸਕਦਾ ਹੈ। ਹਾਂਜੀ ਸਰ। ਇੱਥੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਨੇ, ਪੇਰੈਂਟਸ ਦੇ ਨਾਲ ਗੱਲਬਾਤ ਕਰਾਂਗੇ। ਪਰਿਵਾਰ ਮੈਂਬਰ ਅੱਜ ਇੱਥੇ ਸਾਡੇ ਨਾਲ ਨੇ। ਹਾਂਜੀ, ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜਗਬਾਣੀ ਪੰਜਾਬ ਕੇਸਰੀ ਦੇ। ਜੀ ਜੀ, ਧੰਨਵਾਦ ਜੀ। ਕਿਵੇਂ ਲੱਗ ਰਿਹਾ ਜਦੋਂ ਬੱਚੇ ਦੀ ਮਿਹਨਤ ਨੂੰ ਫਲ ਮਿਲਿਆ? ਅੱਜ ਜਿਹੜੇ ਮੁਕਾਮ ਤੇ ਪਹੁੰਚਣਾ ਚਾਹੁੰਦੀ ਸੀ, ਅੱਜ ਮੁਕਾਮ ਹਾਸਲ ਹੋ ਗਿਆ। ਜੀ ਅੱਛਾ ਲੱਗ ਰਿਹਾ ਜੀ। ਬਾਕੀ ਕੋਈ ਇਹ ਲਾਸਟ ਨਹੀਂ, ਅੱਗੇ ਵੀ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਤੇ ਪੋਸਟ ਕੋਈ ਵੀ ਅਹੁਦਾ ਚਾਹੇ ਕੋਈ ਵੀ ਹੋਵੇ, ਇਮਾਨਦਾਰੀ ਨਾਲ ਆਪਾਂ ਕਰਨਾ ਹੈ, ਬੜੀ ਮਿਹਨਤ ਨਾਲ ਕਰਨਾ ਹੈ ਤੇ ਇੱਕ ਸਮਾਜ ਸੇਵਾ ਦੇ ਵਿੱਚ ਇੱਕ ਮਿਸਾਲ ਪੇਸ਼ ਕਰਨੀ ਹੈ ਭਾਜੀ। ਦੱਸਿਆ ਯਾਰ ਕਿ ਤੁਸੀਂ ਵੀ ਪਹਿਲਾਂ ਡਿਫੈਂਸ ਦੇ ਵਿੱਚ ਨੌਕਰੀ ਕਰ? ਜੀ ਜੀ, ਮੈਂ 16 ਸਾਲ ਆਰਮੀ ਦੇ ਵਿੱਚ ਨੌਕਰੀ ਕੀਤੀ, ਉਧਰ ਤੋਂ ਮੈਂ ਰਿਟਾਇਰਮੈਂਟ ਜੀ ਪੈਨਸ਼ਨਰ ਹਾਂ। ਸਮਾਜ ਨੂੰ ਕੀ ਅਪੀਲ ਕਰਦੇ ਹੋ, ਕੀ ਸੇਧ ਦੇਣਾ ਚਾਹੁੰਦੇ ਹੋ? ਸਮਾਜ ਨੂੰ ਮੈਂ ਇਹੀ ਅਪੀਲ ਕਰਦਾ ਜੀ, ਚਾਹੇ ਕੋਈ UPSC ਹੋ, ਚਾਹੇ ਕੋਈ ਸਪੋਰਟਸ ਹੋ, ਬੱਚਿਆਂ ਨੂੰ, ਆਪਣਿਆਂ ਨੂੰ, ਸਪੈਸ਼ਲੀ ਲੜਕੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਸਮਾਜ ਨੂੰ ਬਿਲਕੁਲ ਸਹੀ ਚਾਹੁੰਦੇ ਹਾਂ ਤਾਂ ਪਹਿਲੇ ਫਿਰ ਲੜਕੀਆਂ ਨੂੰ ਅੱਗੇ ਲਿਆਉਣਾ ਹੀ ਪਏਗਾ। ਤੇ ਬਹੁਤ ਕੁਝ ਹੋ ਵੀ ਚੁੱਕਿਆ ਹੈ, ਕੋਈ ਸਰਕਾਰ ਕੋਸ਼ਿਸ਼ ਕਰ ਵੀ ਰਹੀ ਹੈ, ਪਰ ਫਿਰ ਵੀ ਕੁਝ ਕਮੀਆਂ ਹੈ ਜੋ ਮੈਂ ਅਪੀਲ ਹੀ ਕਰਦਾ ਵੀ ਉਹਨਾਂ ਨੂੰ ਜਲਦੀ ਦੂਰ ਕੀਤਾ ਜਾਵੇ। ਕਿਉਂਕਿ ਮੈਂ ਇਸ ਲਈ ਜਾਣਦਾ, ਕਿਉਂ ਜਦੋਂ ਮੇਰੀ ਬੇਟੀ ਇਹ ਵੀ ਸਪੋਰਟਸ ਦੇ ਵਿੱਚ ਸੀ ਤੇ ਮੇਰੀ ਵੱਡੀ ਬੇਟੀ ਤਾਂ ਸਪੋਰਟਸ ਵਿੱਚ ਹੈ, ਉਹ ਨੈਸ਼ਨਲ ਚੈਂਪੀਅਨ ਹੈ ਤੇ ਫਿਲਹਾਲ ਏਸ਼ੀਆ ਤਿਆਰੀ ਕਰ ਰਹੀ ਹੈ। ਤੇ ਮੈਂ ਭਲੀ ਭਾਂਤੀ ਦੇਖਿਆ ਹੈ ਵੀ ਅਸੀਂ ਜਦੋਂ ਇਹਦਾ ਲੌਂਗ ਜੰਪ ਹੁੰਦਾ ਸੀ, ਉਹਦਾ ਸ਼ਾਰਟ ਪੁੱਟ ਸੀ ਤੇ ਕੋਈ ਗਰਾਊਂਡ ਵੀ ਨਹੀਂ ਹੁੰਦਾ ਸੀ। ਲਾਸਟ ਅਸੀਂ ਸਟੇਡੀਅਮ ਤੇ ਦੇਖਦੇ ਸੀ, ਉੱਥੇ ਵੀ ਉਹ ਟੁੱਟਾ ਫੁੱਟਾ ਹੁੰਦਾ ਸੀ। ਫਿਰ ਅਸੀਂ ਆਪ ਦਾ, ਮੈਂ ਪਰਸਨਲ ਲਿਜਾ ਕੇ ਸਕੂਲ ਦੇ ਵਿੱਚ ਸੀਮੈਂਟ ਲਿਜਾ ਕੇ
ਸਾਰਾ ਆਪਣਾ ਰੇਤਾ ਲਿਆ ਕੇ ਵੀ ਇਹਨਾਂ ਬੱਚਿਆਂ ਦੇ ਨਾਲ ਵੀ ਅੱਗੇ ਵੱਧ ਸਕਣ। ਤੇ ਮੈਂ ਇਹ ਅਪੀਲ ਕਰਦਾ ਬਈ ਇਸ ਮਾਧਿਅਮ ਜਰੀਏ ਸਰਕਾਰ ਨੂੰ ਵੀ ਚਲੋ ਹਕੀਕਤ ਦੇ ਵਿੱਚ ਉਹ ਗੱਲਾਂ ਲਾਗੂ ਹੋਣੀਆਂ ਚਾਹੀਦੀਆਂ ਨੇ ਤੇ ਬੱਚਿਆਂ ਨੂੰ ਹੌਸਲਾ ਮਿਲਣਾ ਚਾਹੀਦਾ ਹੈ। ਨਹੀਂ ਤਾਂ ਫਿਰ ਹਰੇਕ ਕੋਈ ਆਪਣਾ ਮਿਹਨਤ ਕਰਕੇ ਸੋਚਦਾ ਵੀ ਇੱਥੇ ਕੁਝ ਨਹੀਂ ਹੈ, ਬਸ ਕਰ ਦਿੰਦੇ। ਆਮ ਤੌਰ ਤੇ ਹੀ ਧੀਆਂ ਨੂੰ ਸਭ ਤੋਂ ਪਿੱਛੇ ਰੱਖਿਆ ਜਾਂਦਾ ਹੈ, ਪਰ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਜਿਹੜੇ ਲੋਕ ਨੇ ਧੀਆਂ ਨੂੰ ਸਭ ਤੋਂ ਜ਼ਿਆਦਾ ਪਹਿਲ ਦਿੰਦੇ ਨੇ ਹਰ ਕੰਮ ਦੇ ਵਿੱਚ। ਇਹ ਡਿਫੈਂਸ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਨੌਕਰੀ ਕਰ ਚੁੱਕੇ ਨੇ। ਇਹਨਾਂ ਨੇ ਆਪਣੀ ਇੱਕ ਬੇਟੀ UPSC ਦਾ ਟੈਸਟ ਕਲੀਅਰ ਕੀਤਾ, ਜਿਹੜੇ ਮੁਕਾਮ ਤੇ ਪਹੁੰਚਣਾ ਚਾਹੁੰਦੇ ਸਨ ਉਹ ਪਹੁੰਚ ਚੁੱਕੇ ਨੇ, ਔਰ ਦੂਸਰੀ ਜਿਹੜੀ ਬੇਟੀ ਹੈ ਉਹ ਅੰਤਰਰਾਸ਼ਟਰੀ ਖਿਡਾਰਨ ਵੀ ਹੈ। ਤਾਂ ਜੁੜੇ ਰਹੋ ਜਗਬਾਣੀ ਪੰਜਾਬ ਕੇਸਰੀ ਦੇ ਨਾਲ। ਮੈਂ ਅਗਲੀ ਵਾਰ ਫਿਰ ਕੋਈ ਇਦਾਂ ਦੀ ਸਟੋਰੀ ਲੈ ਕੇ ਹਾਜ਼ਰ ਹੋਵਾਂਗਾ। ਸੁਖਵਿੰਦਰ ਥਿੰਦ, ਫਾਜ਼ਿਲਕਾ।